ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੀ ਜਪਜੀ ਸਾਹਿਬ ਜੀ ਦੀ ਲੜੀਵਾਰ ਵਿਆਖਿਆ ਅਤੇ ਵਿਚਾਰ ਦੀ ਅੱਜ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਓ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਜਪਜੀ ਸਾਹਿਬ ਜੀ ਦੀ ਅਗਲੀ ਪੌੜੀ ਉਸ ਦਾ ਮੂਲ ਪਾਠ ਸਾਂਝਾ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। असंख नाम असंख थाम अगम अगम असंख लो असंख कहें सिर भार होए अखरी नाम अखरी साला अखरी ज्ञान गीत गुण गा अखरी लिखण बोलण बाण अखरां सिर संजोग वखाण जिन ए लिखे ते सिर नाहि जिव फुरमाए तिव तिव पाहि जेता कीता तेता नाउ विण नामै नाही को थां कुदरत कवन कहाँ विचार वारिया न जावां एक बार जो तुद भावै साई भली कार तू सदा सलामत निरंकार। ਅੱਜ ਦੀ ਇਸ ਪਾਵਨ 19ਵੀਂ ਪੌੜੀ ਦੇ ਵਿੱਚ ਪਿਛਲੀਆਂ ਦੋ ਪੌੜੀਆਂ ਦੇ ਮੁਤਾਬਿਕ ਗੁਰੂ ਸਾਹਿਬ ਜੀ ਨੇ ਅੱਗੇ ਹੋਰ ਜ਼ਿਕਰ ਕੀਤੀ ਹੈ। ਗੁਰੂ ਸਾਹਿਬ ਜੀ ਅੱਜ ਦੀ ਪਾਵਨ ਪੌੜੀ ਦੇ ਵਿੱਚ ਕਹਿ ਰਹੇ ਨੇ ਅਸੰਖ ਨਾਮ ਅਸੰਖ ਥਾਮ ਕਿ ਪਰਮਾਤਮਾ ਦੀ ਬਣਾਈ ਹੋਈ ਇਸ ਕੁਦਰਤ ਦੇ ਵਿੱਚ ਬੇਅੰਤ ਲੋਕ ਨੇ, ਉਹਨਾਂ ਦੇ ਬੇਅੰਤ ਨਾਮ ਨੇ। ਅਸੰਖ ਸ਼ਬਦ ਇੱਥੇ ਵਰਤਿਆ ਭਾਵ ਕਿ ਜਿਸ ਦੀ ਗਿਣਤੀ ਨਾ ਹੋ ਸਕੇ। ਕੋਈ ਗਿਣਤੀ ਜੇਕਰ ਹੋ ਸਕਦੀ ਕਿ 1 ਲੱਖ 1 ਹਜ਼ਾਰ 10 ਹਜ਼ਾਰ 15 ਹਜ਼ਾਰ ਤਾਂ ਉਹ ਗਿਣਤੀ ਲਿਖ ਦਿੱਤੀ ਜਾਂਦੀ, ਪਰ ਜਿਸ ਚੀਜ਼ ਦੀ ਗਿਣਤੀ ਨਾ ਕੀਤੀ ਜਾ ਸਕੇ ਉੱਥੇ ਅਸੰਖ ਸ਼ਬਦ ਜਿਹੜਾ ਹੈ ਉਹ ਗੁਰੂ ਸਾਹਿਬ ਜੀ ਨੇ ਵਰਤਿਆ। ਅਸੰਖ ਨਾਮ ਅਸੰਖ ਥਾਮ। ਗੁਰੂ ਸਾਹਿਬ ਜੀ ਕਹਿ ਰਹੇ ਨੇ ਕਿ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦੇ ਵਿੱਚ ਬੇਅੰਤ ਥਾਵਾਂ ਨੇ ਜਿਨ੍ਹਾਂ ਨੂੰ ਅਸੀਂ ਗਿਣ ਨਹੀਂ ਸਕਦੇ, ਅਤੇ ਉਹ ਬੇਅੰਤ ਥਾਵਾਂ ਦੇ ਬੇਅੰਤ ਨਾਮ ਨੇ, ਬੇਅੰਤ ਨਾਵਾਂ ਦੇ ਲੋਕ ਨੇ, ਉਹਨਾਂ ਨੂੰ ਅਸੀਂ ਗਿਣ ਨਹੀਂ ਸਕਦੇ। ਅਗੰਮ ਅਗੰਮ ਅਸੰਖ ਲੋ ਕਹਿੰਦੇ ਨੇ ਕਿ ਪਰਮਾਤਮਾ ਦੀ ਬਣਾਈ ਹੋਈ ਇਸ ਕੁਦਰਤ ਦੇ ਵਿੱਚ ਬੇਅੰਤ ਅਸੰਖ ਲੋਕ ਨੇ। ਲੋਕ ਭਾਵ ਭਵਨ ਨੇ, ਅਲੱਗ-ਅਲੱਗ ਇਲਾਕੇ ਨੇ, ਅਲੱਗ-ਅਲੱਗ ਥਾਵਾਂ ਨੇ। ਉਹ ਅਜਿਹੀਆਂ ਦੂਰ ਦੁਰਾਡੇ ਹਨ ਕਿ ਜਿੱਥੇ ਤੱਕ ਆਮ ਲੋਕਾਂ ਦੀ ਪਹੁੰਚ ਨਹੀਂ ਹੋ ਸਕਦੀ। ਅਗੰਮ, ਗਮ ਮਤਲਬ ਚੱਲਣਾ, ਅਗੰਮ ਭਾਵ ਕਿ ਜਿੱਥੇ ਪਹੁੰਚਿਆ ਨਾ ਜਾ ਸਕੇ। ਕਈ ਦੂਰ ਦੁਰਾਡੇ ਦੀਆਂ ਥਾਵਾਂ, ਬ੍ਰਹਿਮੰਡ ਦੇ ਕਈ ਸਾਰੇ ਗ੍ਰਹਿ ਜਿੱਥੇ ਤੱਕ ਆਮ ਇਨਸਾਨ ਪਹੁੰਚ ਨਹੀਂ ਸਕਦਾ, ਉਹ ਸਾਰੇ ਅਗੰਮ ਨੇ। ਉਹਨਾਂ ਸਾਰਿਆਂ ਦੀ ਗਿਣਤੀ ਗੁਰੂ ਸਾਹਿਬ ਜੀ ਇਸ ਪਾਵਨ ਪੌੜੀ ਦੇ ਵਿੱਚ ਦੱਸ ਰਹੇ ਨੇ। ਨਾਲ ਹੀ ਕਹਿ ਰਹੇ ਨੇ ਅਸੰਖ ਕਹਿਂ ਸਿਰ ਭਾਰ ਹੋਏ। ਕਹਿੰਦੇ ਨੇ ਕਿ ਹੁਣ ਮੈਂ ਅਸੰਖ ਲਫ਼ਜ਼ ਜਿਹੜਾ ਹੈ ਉਹ ਵਰਤ ਰਿਹਾ, ਪਰ ਅਸੰਖ ਲਫ਼ਜ਼ ਕਹਿ ਦੇਣਾ ਵੀ ਇੱਕ ਤਰੀਕੇ ਦੇ ਨਾਲ ਆਪਣੇ ਸਿਰ ਦੇ ਉੱਤੇ ਭਾਰ ਚੱਕਣ ਮੁਤਾਬਕ ਹੈ। ਭਾਵ ਕਿ ਇਹ ਵੀ ਇੱਕ ਗਲਤਫਹਿਮੀ ਹੈ ਕਿ ਮੈਂ ਅਸੰਖ ਲਫ਼ਜ਼ ਵਰਤ ਕੇ ਪਰਮਾਤਮਾ ਦੀ ਬਣਾਈ ਹੋਈ ਕੁਦਰਤ ਦੀ ਗਿਣਤੀ ਮਿਣਤੀ ਕਰ ਲਵਾਂ। ਅਸੰਖ ਕਹਿਂ ਸਿਰ ਭਾਰ ਹੋਏ ਭਾਵ ਇਹ ਲਫ਼ਜ਼ ਕਹਿਣਾ ਵੀ ਆਪਣੇ ਆਪ ਦੇ ਵਿੱਚ ਇੱਕ ਬੇਵਕੂਫੀ ਹੈ, ਅਣਗਹਿਲੀ ਹੈ, ਜਾਂ ਸੂਝਮਤਾ ਸਿਆਣਪ ਵਾਲੀ ਗੱਲ ਨਹੀਂ ਹੈ ਕਿ ਅਸੰਖ ਕਹਿ ਕੇ ਅਸੀਂ ਪਰਮਾਤਮਾ ਦੀ ਕੁਦਰਤ ਨੂੰ ਨਾਪ ਲਈਏ। ਪਰ ਨਾਲ ਹੀ ਗੁਰੂ ਸਾਹਿਬ ਜੀ ਕਹਿੰਦੇ ਨੇ ਅਖਰੀ ਨਾਮ ਅਖਰੀ ਸਾਲਾ। ਬੇਸ਼ੱਕ ਅਸੀਂ ਅਸੰਖ ਸ਼ਬਦ ਵਰਤ ਕੇ ਪਰਮਾਤਮਾ ਦੀ ਕੁਦਰਤ ਨੂੰ ਮਿਣਨ ਦੀ, ਪਰਮਾਤਮਾ ਦੀ ਕੁਦਰਤ ਨੂੰ ਨਾਪਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੰਖ ਲਫ਼ਜ਼ ਵੀ ਜਿਹੜਾ ਹੈ ਉਹ ਇਸ ਕੁਦਰਤ ਨੂੰ ਨਾਪਣ, ਗਿਣਨ, ਮਿਣਨ ਦੇ ਲਈ ਪੂਰਾ ਨਹੀਂ ਹੈ। ਪਰ ਗੁਰੂ ਸਾਹਿਬ ਜੀ ਕਹਿ ਰਹੇ ਨੇ ਅਖਰੀ ਨਾਮ ਕਿ ਇਹ ਸਾਰਾ ਕੁਝ ਪਰ ਅਖੀਰ ਦੇ ਉੱਤੇ ਅੱਖਰਾਂ ਨਾਲ ਹੀ ਚੱਲ ਰਿਹਾ ਹੈ। ਭਾਵ ਕਿ ਅਸੀਂ ਜੋ ਕੁਝ ਬੋਲਦੇ ਹਾਂ, ਸੁਣਦੇ ਹਾਂ, ਇਹ ਅਸੀਂ ਬੋਲਣ ਦੇ ਨਾਲ ਹੀ, ਅੱਖਰਾਂ ਦੇ ਨਾਲ ਹੀ ਸਾਰੀਆਂ ਚੀਜ਼ਾਂ ਬਿਆਨ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਖਰੀ ਨਾਮ ਅਖਰੀ ਸਾਲਾਹ। ਕੋਈ ਵੀ ਵਿਅਕਤੀ ਜਿਹੜਾ ਹੈ ਦੁਨੀਆ ਦੇ ਵਿੱਚ ਰਹਿ ਰਿਹਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਜੇਕਰ ਗਾਉਣਾ ਚਾਹੁੰਦਾ ਹੈ, ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਨਾ ਚਾਹੁੰਦਾ ਹੈ, ਤਾਂ ਉਹਨੂੰ ਕੋਈ ਨਾ ਕੋਈ ਸ਼ਬਦ ਚਾਹੀਦੇ ਨੇ। ਉਹ ਇਹਨਾਂ ਸ਼ਬਦਾਂ ਦੇ ਨਾਮ ਦੇ ਨਾਲ, ਉਹ ਇਹਨਾਂ ਸ਼ਬਦਾਂ ਦੀ ਸਹਾਇਤਾ ਦੇ ਨਾਲ ਹੀ ਪਰਮਾਤਮਾ ਦੇ ਨਾਮ ਨੂੰ ਗਾਉਂਦਾ ਹੈ, ਪਰਮਾਤਮਾ ਦੇ ਨਾਮ ਦੀ ਸਿਫਤ ਸਲਾਹ ਕਰਦਾ ਹੈ। ਅੱਖਰੀ ਗਿਆਨ ਗੀਤ ਗੁਣ ਗਾ, ਇਹਨਾਂ ਅੱਖਰਾਂ ਇਹਨਾਂ ਸ਼ਬਦਾਂ ਦੇ ਨਾਲ ਹੀ
ਉਹ ਪਰਮਾਤਮਾ ਦੇ ਗਿਆਨ ਦੀਆਂ ਗੱਲਾਂ ਕਰਦਾ ਹੈ। ਉਹ ਇਹਨਾਂ ਸ਼ਬਦਾਂ ਦੇ ਰਾਹੀਂ ਹੀ, ਇਹਨਾਂ ਅੱਖਰਾਂ ਦੇ ਰਾਹੀਂ ਹੀ ਪਰਮਾਤਮਾ ਦੇ ਸੋਹਣੇ ਸੋਹਣੇ ਗੀਤ ਜਿਹੜੇ ਨੇ ਉਹਨਾਂ ਨੂੰ ਗਾਉਂਦਾ ਹੈ, ਉਹਨਾਂ ਨੂੰ ਗਾਉਂਦਾ ਫਿਰਦਾ ਹੈ, ਪਰਮਾਤਮਾ ਦਾ ਕੀਰਤਨ ਕਰ ਰਿਹਾ। ਅੱਖਰੀ ਲਿਖਣ, ਬੋਲਣ, ਬਾਣ, ਅੱਖਰਾਂ ਦੇ ਨਾਲ ਹੀ, ਭਾਵ ਸ਼ਬਦਾਂ ਦੇ ਨਾਲ ਹੀ ਲਿਖਿਆ ਜਾਂਦਾ ਹੈ। ਲਿਖੀ ਹੋਈ ਇਬਾਰਤ ਹੈ, ਉਹਦੇ ਵਿੱਚ ਅੱਖਰ ਹੀ ਨੇ। ਬੋਲਣ ਲੱਗਿਆਂ ਵੀ ਅੱਖਰ ਹੀ ਨੇ, ਭਾਵ ਸ਼ਬਦ ਹੀ ਨੇ। ਇਹ ਸਾਰਾ ਕੁਝ ਜੋ ਕੁਝ ਅਸੀਂ ਪੜ੍ਹ ਰਹੇ ਹਾਂ, ਸੁਣ ਰਹੇ ਹਾਂ, ਇਹ ਸਾਰਾ ਕੁਝ ਅੱਖਰਾਂ ਦੀ ਬਦੌਲਤ ਹੀ ਹੈ। ਅੱਖਰੀ ਲਿਖਣ, ਬੋਲਣ, ਬਾਣ, ਬਾਣੀ ਹੈ, ਬੋਲਣਾ ਹੈ, ਲਿਖਣਾ ਹੈ, ਪੜ੍ਹਨਾ ਹੈ, ਸਾਰਾ ਅੱਖਰਾਂ ਦੇ ਨਾਲ ਹੀ ਹੈ। ਅੱਖਰਾਂ ਸਿਰ ਸੰਜੋਗ ਵਖਾਣ, ਅੱਖਰਾਂ ਦੇ ਰਾਹੀਂ ਹੀ ਹਰੇਕ ਕਿਸੇ ਦੇ ਕੋਈ ਨਾ ਕੋਈ ਸੰਜੋਗ ਲਿਖੇ ਹੋਏ ਨੇ, ਭਾਵ ਉਹਦੇ ਕਰਮ ਲਿਖੇ ਨੇ ਕਿ ਕਿਸ ਤਰੀਕੇ ਨਾਲ ਇਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਿਉਣਾ ਹੈ। ਸਾਰੇ ਸੰਜੋਗ ਜਿਹੜੇ ਨੇ ਉਹ ਵੀ ਕਹਿੰਦੇ ਨੇ ਸ਼ਬਦਾਂ ਦੇ ਵਿੱਚ, ਅੱਖਰਾਂ ਦੇ ਵਿੱਚ ਹੀ ਉਹ ਲਿਖੇ ਹੋਏ ਨੇ। ਪਰ ਇੱਕ ਗੱਲ ਯਾਦ ਰੱਖਣ ਵਾਲੀ ਗੁਰੂ ਸਾਹਿਬ ਜੀ ਨੇ ਸਾਨੂੰ ਤਾਕੀਦ ਕਰਦਿਆਂ ਹੋਏ ਦੱਸ ਦਿੱਤੀ, ਜਿਨ ਇਹ ਲਿਖੇ ਤਿਸ ਸਿਰ ਨਾ ਹੈ, ਕਿ ਜਿਸ ਪਰਮਾਤਮਾ ਨੇ, ਜਿਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੇ ਇਹ ਸ਼ਬਦ ਲਿਖ ਦਿੱਤੇ, ਇਹ ਅੱਖਰ ਲਿਖ ਦਿੱਤੇ, ਕਹਿੰਦੇ ਨੇ ਕਿ ਉਹਦੇ ਸਿਰ ਦੇ ਉੱਤੇ ਇਹ ਅੱਖਰ ਨਹੀਂ ਹਨ। ਭਾਵ ਕਿ ਅਸੀਂ ਸਾਰੇ ਪਰਮਾਤਮਾ ਦੇ ਲਿਖੇ ਹੋਏ ਅੱਖਰਾਂ ਦੇ ਵਿੱਚ ਜਿਹੜਾ ਹੁਕਮ ਹੈ ਉਹਦੇ ਅਧੀਨ ਬੰਨੇ ਹੋਏ ਹਾਂ, ਪਰ ਪਰਮਾਤਮਾ ਕਿਸੇ ਹੁਕਮ, ਕਿਸੇ ਅੱਖਰਾਂ ਦੇ ਵਿੱਚ, ਕਿਸੇ ਸ਼ਬਦਾਂ ਦੇ ਵਿੱਚ ਨਹੀਂ ਬੰਨਿਆ। ਉਹ ਇਹਨਾਂ ਸ਼ਬਦਾਂ, ਅੱਖਰਾਂ, ਲਿਖੇ ਹੋਏ ਸੰਜੋਗਾਂ ਤੋਂ ਪਰੇ ਹੈ। ਪਰਮਾਤਮਾ ਦੇ ਉੱਤੇ ਅੱਖਰਾਂ ਦਾ ਕੋਈ ਅਸਰ ਨਹੀਂ। ਪਰਮਾਤਮਾ ਨੇ ਹੀ ਅੱਖਰ ਲਿਖੇ, ਪਰ ਪਰਮਾਤਮਾ ਦੇ ਸਿਰ ਦੇ ਉੱਤੇ ਜਾਂ ਪਰਮਾਤਮਾ ਇਹਨਾਂ ਅੱਖਰਾਂ ਦੇ ਅਧੀਨ ਨਹੀਂ ਹੈ। ਜਿਨ ਇਹ ਲਿਖੇ ਤਿਸ ਸਿਰ ਨਾਹੀਂ, ਜਿਮ ਫਰਮਾਏ ਤਿਵ ਤਿਵ ਪਾਹੇ, ਕਿ ਇੱਕ ਆਮ ਇਨਸਾਨ ਕੀ ਕਰਦਾ ਹੈ ਕਿ ਪਰਮਾਤਮਾ ਨੇ ਜਿਵੇਂ ਹੁਕਮ ਕਰ ਦਿੱਤਾ, ਜਿਵੇਂ ਪਰਮਾਤਮਾ ਨੇ ਉਹਦੇ ਅੱਖਰ ਲਿਖ ਦਿੱਤੇ, ਕਹਿੰਦੇ ਨੇ ਕਿ ਉਸੇ ਤਰੀਕੇ ਨਾਲ ਹੀ ਉਸ ਨੂੰ ਜੀਵਨ ਦੇ ਵਿੱਚ ਸਾਰੀਆਂ ਚੀਜ਼ਾਂ ਦੀ ਪ੍ਰਾਪਤੀ ਹੁੰਦੀ ਹੈ। ਜਿਵੇਂ ਫਰਮਾਏ, ਜਿਵੇਂ ਪਰਮਾਤਮਾ ਨੇ ਫਰਮਾਇਆ, ਜਿਵੇਂ ਉਹਦੇ ਹੁਕਮ ਲਿਖੇ, ਤਿਵ ਤਿਵ ਪਾਹੇ, ਉਵੇਂ ਹੀ ਇਹ ਸਾਰਾ ਕੁਝ ਇਨਸਾਨ ਜਿਹੜਾ ਹੈ ਉਹ ਪਾ ਰਿਹਾ ਹੈ। ਜੇਤਾ ਕੀਤਾ ਤੇਤਾ ਨਾਉ, ਪਰਮਾਤਮਾ ਦੀ ਕੁਦਰਤ ਦੇ ਵਿੱਚ ਜੋ ਕੁਝ ਬਣਿਆ, ਜੋ ਅਸੀਂ ਦੇਖਦੇ ਹਾਂ, ਸੁਣਦੇ ਹਾਂ, ਮਹਿਸੂਸ ਕਰਦੇ ਹਾਂ, ਸਾਰਾ ਕੁਝ ਜੇਤਾ ਕੀਤਾ, ਕਿ ਪਰਮਾਤਮਾ ਨੇ ਜੋ ਕੁਝ ਵੀ ਬਣਾਇਆ। ਤੇਤਾ ਨਾਉ, ਕਹਿੰਦੇ ਨੇ ਕਿ ਉਹ ਸਾਰਾ ਕੁਝ ਪਰਮਾਤਮਾ ਆਪ ਹੀ ਹੈ। ਪਰਮਾਤਮਾ ਦਾ ਨਾਮ ਹੀ ਉੱਥੇ ਵਸ ਰਿਹਾ ਹਰੇਕ ਚੀਜ਼ ਦੇ ਵਿੱਚ, ਹਰੇਕ ਬ੍ਰਹਿਮੰਡ ਦੇ ਹਰੇਕ ਕਿਣਕੇ ਕਿਣਕੇ ਦੇ ਵਿੱਚ, ਜੀਵ ਦੇ ਵਿੱਚ, ਹਰੇਕ ਵਸਤੂ ਦੇ ਵਿੱਚ ਪਰਮਾਤਮਾ ਖੁਦ ਆਪ ਹੀ ਵਸ ਰਿਹਾ ਹੈ। ਜੇਤਾ ਕੀਤਾ, ਜੋ ਕੁਝ ਬਣਾਇਆ। ਤੇਤਾ ਨਾਉ, ਉਹ ਸਾਰਾ ਕੁਝ ਪਰਮਾਤਮਾ ਦੇ ਨਾਮ ਦੇ ਅਧੀਨ ਹੀ ਹੈ। ਵਿਣ ਨਾਮੈ ਨਾਹੀ ਕੋ ਥਾਉ, ਅਜਿਹੀ ਕੋਈ ਜਗ੍ਹਾ ਕਿਤੇ ਵੀ ਨਹੀਂ ਹੈ ਪੂਰੇ ਬ੍ਰਹਿਮੰਡ 'ਚ ਜਿੱਥੇ ਪਰਮਾਤਮਾ ਦਾ ਨਾਮ ਨਾ ਹੋਵੇ। ਵਿਣ ਨਾਮੈ, ਨਾਮ ਤੋਂ ਬਗੈਰ, ਨਾਹੀ ਕੋ ਥਾਉ, ਕੋਈ ਅਜਿਹੀ ਥਾਂ ਨਹੀਂ ਜਿੱਥੇ ਪਰਮਾਤਮਾ ਦਾ ਨਾਮ ਨਾ ਹੋਵੇ। ਕੁਦਰਤ ਕਵਣ ਕਹਾਂ ਵਿਚਾਰ, ਹੁਣ ਇੱਥੇ ਗੁਰੂ ਸਾਹਿਬ ਜੀ ਇੱਕ ਤਰੀਕੇ ਨਾਲ ਆਪਣੇ ਆਪ ਨੂੰ ਅਕਾਲ ਪੁਰਖ ਦੇ ਅੱਗੇ ਸਰੈਂਡਰ ਕਰ ਰਹੇ ਨੇ ਕਿ ਹੇ ਪਰਮਾਤਮਾ ਜੀ, ਤੁਹਾਡੀ ਬਣਾਈ ਹੋਈ ਕੁਦਰਤ ਬਹੁਤ ਬੇਅੰਤ ਹੈ। ਕਹਿੰਦੇ ਉਹਦੀ ਮੈਂ ਵਿਚਾਰ ਕਿਵੇਂ ਕਰਾਂ। ਕੁਦਰਤ ਕਵਣ ਕਹਾਂ ਵਿਚਾਰ, ਹੇ ਪਰਮਾਤਮਾ ਤੇਰੀ ਬਣਾਈ ਕੁਦਰਤ ਬੜੀ ਬੇਅੰਤ ਹੈ, ਬਹੁਤ ਵੱਡੀ ਹੈ। ਉਹ ਅੱਖਰਾਂ ਦੇ ਨਾਲ ਬਿਆਨ ਨਹੀਂ ਕੀਤੀ ਜਾ ਸਕਦੀ। ਉਹਨੂੰ ਅਸੰਖ ਲਫ਼ਜ਼ ਕਹਿ ਕੇ ਮੈਂ ਬਿਆਨ ਨਹੀਂ ਕਰ ਸਕਦਾ। ਉਹਦਾ ਮੈਂ ਕੋਈ ਅੰਤ ਨਹੀਂ ਪਾ ਸਕਦਾ, ਪਾਰਾਵਾਰ ਨਹੀਂ ਪਾ ਸਕਦਾ। ਗਿਣਤੀ ਮਿਣਤੀ 'ਚ ਕਿਸੇ ਕਿਤਾਬ ਦੇ ਵਿੱਚ ਉਹਦਾ ਪੂਰਾ ਜ਼ਿਕਰ ਨਹੀਂ ਲਿਖ ਸਕਦਾ। ਕਹਿੰਦੇ ਨੇ ਕਿ ਪਰ ਮੇਰੀ ਇੰਨੀ ਵੀ ਹਿੰਮਤ ਨਹੀਂ ਕਿ ਵਾਰਿਆ ਨਾ ਜਾਵਾਂ ਇੱਕ ਵਾਰ, ਕਿ ਐਡੀ ਵੱਡੀ ਪਰਮਾਤਮਾ ਜੀ ਤੁਸੀਂ ਕੁਦਰਤ ਬਣਾਤੀ ਕਿ ਜੇਕਰ ਮੈਂ ਉਹਦਾ ਇੱਕ ਵਾਰ ਵੀ ਚੱਕਰ ਲਗਾ ਕੇ ਬਲਿਹਾਰੇ ਜਾਵਾਂ, ਕਹਿੰਦੇ ਮੇਰੀ ਇੰਨੀ ਵੀ ਹਿੰਮਤ ਨਹੀਂ, ਮੇਰੀ ਇੰਨੀ ਵੀ ਤਾਕਤ ਨਹੀਂ, ਮੇਰੀ ਇੰਨੀ ਵੀ ਪਹੁੰਚ ਨਹੀਂ ਕਿ ਮੈਂ ਇੱਕ ਵਾਰ ਵੀ ਪਰਮਾਤਮਾ ਜੀ ਤੁਹਾਡੀ ਕੁਦਰਤ ਬਣਾਈ ਹੋਈ ਦੇ ਉਹਦੇ ਬਲਿਹਾਰੇ ਚਲੇ ਜਾਵਾਂ। ਤੇ ਮੈਂ ਤਾਂ ਸਿਰਫ ਇੱਕੋ ਅਰਦਾਸ ਕਰ ਸਕਦਾ ਕਿ ਜੋ ਤੁਧ ਭਾਵੇ ਸਾਈ ਭਲੀ ਕਾਰ, ਹੇ ਪਰਮਾਤਮਾ ਜੀ ਜੋ ਤੁਹਾਨੂੰ ਚੰਗਾ ਲੱਗਦਾ ਹੈ, ਕਹਿੰਦੇ ਉਹੀ ਕੰਮ, ਉਹੀ ਕਾਰ, ਉਹੀ ਸਾਰਾ ਕੁਝ ਚੰਗਾ ਹੈ। ਕਹਿੰਦੇ ਉਸ ਤੋਂ ਬਗੈਰ ਕੁਝ ਵੀ ਚੰਗਾ ਨਹੀਂ। ਜੋ ਤੁਧ ਭਾਵੇ, ਜੋ ਤੁਹਾਨੂੰ ਚੰਗਾ ਲੱਗਦਾ ਹੈ, ਸਾਈ ਉਹੀ ਭਲੀ ਕਾਰ, ਭਲੀ ਮੈਨੇ ਚੰਗਾ, ਕਾਰ ਮੈਨੇ ਕੰਮ, ਕਿ ਉਹੀ ਕੰਮ ਚੰਗਾ ਜੋ ਪਰਮਾਤਮਾ ਜੀ ਨੂੰ ਚੰਗਾ ਲੱਗ ਰਿਹਾ ਹੋਵੇ। ਤੂੰ ਸਦਾ ਸਲਾਮਤ ਨਿਰੰਕਾਰ, ਹੈ ਪਰਮਾਤਮਾ ਜੀਓ ਤੂੰ ਸਦਾ ਲਈ ਇੱਥੇ ਸਥਾਪਿਤ ਹੈ, ਜੁਗਾਂ ਜੁਗਾਂ ਤੱਕ ਤੂੰ ਇੱਥੇ ਪਹਿਲਾਂ ਵੀ ਸੀ ਤੇ ਹੁਣ ਵੀ ਹੈ, ਸਦਾ ਰਹੇਗਾ। ਤਾਂ ਅਸੀਂ ਜੀਵ ਜਿਹੜੇ ਆ ਬਣਾਇਆ ਹੋਇਆ ਬ੍ਰਹਿਮੰਡ ਹੈ, ਇਹ ਖਤਮ ਹੋ ਸਕਦਾ ਹੈ, ਪਰ ਪਰਮਾਤਮਾ ਤੇ ਪਰਮਾਤਮਾ ਦਾ ਬਣਾਇਆ ਹੋਇਆ ਨਾਮ, ਪਰਮਾਤਮਾ ਖੁਦ ਆਪ, ਉਹ ਹਮੇਸ਼ਾ ਲਈ ਸਲਾਮਤ ਹੈ, ਉਹ ਹਮੇਸ਼ਾ ਦੇ ਲਈ ਹੀ ਇੱਥੇ ਮੌਜੂਦ ਰਹੇਗਾ।
ਅਸੀਂ ਇਹੀ ਅਰਦਾਸ ਕਰ ਸਕਦੇ ਹਾਂ ਕਿ ਪਰਮਾਤਮਾ ਜੀਓ ਤੂੰ ਬੇਅੰਤ ਹੈ, ਤੂੰ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ ਤੇ ਅਸੀਂ ਤੇਰੇ ਨਾਮ ਦੇ ਨਾਲ ਜੁੜੇ ਰਹੀਏ। ਇਹਨਾਂ ਅੱਖਰਾਂ ਦੇ ਰਾਹੀਂ ਪਰਮਾਤਮਾ ਜੀਓ ਅਸੀਂ ਤੁਹਾਨੂੰ ਯਾਦ ਕਰਦੇ ਰਹੀਏ। ਬਸ ਇਹੀ ਅਸੀਂ ਅਰਦਾਸ ਕਰੀਏ ਤੇ ਆਓ ਫਤਿਹ ਦੀ ਸਾਂਝ ਦੇ ਨਾਲ ਅੱਜ ਦੀ ਵਿਚਾਰ ਨੂੰ ਇੱਥੇ ਸਮਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।